ਵੈਲਕਮ ਆਲ ਔਨ ਆਰ ਨਿਊ ਸੈਸ਼ਨ। ਤਾਂ ਸਾਥੀਓ, ਆਪਾਂ ਵਿਆਕਰਨ ਦੀ ਸੀਰੀਜ਼ ਚਲਾਈ ਹੋਈ ਸੀ। ਉਹਦੇ ਵਿੱਚ ਆਪਾਂ ਧੁਨੀ ਬੋਧ ਅਤੇ ਸ਼ਬਦ ਬੋਧ ਦਾ ਕੁਝ ਪਾਠ ਕਰ ਚੁੱਕੇ ਹਾਂ। ਤਾਂ ਅੱਜ ਮੈਨੂੰ ਇੱਦਾਂ ਲੱਗਿਆ ਵੀ ਆਪਾਂ ਧੁਨੀ ਬੋਧ ਦੇ ਨਾਲ ਰਿਲੇਟਡ ਜਿਹੜੇ MCQ ਕਰ ਲੈਂਦੇ ਹਾਂ, ਤਾਂ ਕਿ ਤੁਹਾਡੀ ਪ੍ਰੈਪਰੇਸ਼ਨ ਹੈ ਜਿਹੜੀ ਹੋਰ ਵਧੀਆ ਹੋ ਸਕੇ। ਤਾਂ ਅੱਜ ਆਪਾਂ MCQ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾ MCQ ਸਾਡਾ ਹੈਗਾ ਜੀ, ਪੰਜਾਬੀ ਦੀ ਲਿਪੀ ਕਿਹੜੀ ਹੈ? ਆਪਸ਼ਨ A ਦੇਵਨਾਗਰੀ, ਆਪਸ਼ਨ B ਗੁਰਮੁਖੀ, ਆਪਸ਼ਨ C ਸ਼ਾਹਮੁਖੀ, ਆਪਸ਼ਨ D ਰੋਮਨ। ਤਾਂ ਸਾਡਾ ਸਹੀ ਉੱਤਰ ਹੈ ਜੀ ਆਪਸ਼ਨ B ਗੁਰਮੁਖੀ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ ਸਾਡਾ ਪ੍ਰਸ਼ਨ ਨੰਬਰ 7, ਗੁਰਮੁਖੀ ਲਿਪੀ ਦੀ ਵਰਣਮਾਲਾ ਦੇ ਕਿੰਨੇ ਵਰਗ ਹਨ? ਤਾਂ ਕਿੰਨੇ ਵਰਗ ਨੇ ਜੀ? ਆਪਸ਼ਨ A 5, ਆਪਸ਼ਨ B 6, ਆਪਸ਼ਨ C 7, ਆਪਸ਼ਨ D 8। ਤਾਂ ਆਪਸ਼ਨ D 8 ਬਿਲਕੁਲ ਸਹੀ ਹੈ ਜੀ। 8 ਵਰਗ ਨੇ ਸਾਡੀ ਵਰਣਮਾਲਾ ਦੇ। ਤਾਂ ਉਸ ਤੋਂ ਅਗਲਾ ਕੁਐਸਚਨ ਹੈ ਸਾਡਾ, ਇਹਨਾਂ ਵਿੱਚੋਂ ਕਿਹੜਾ ਗੁਰਮੁਖੀ ਲਿਪੀ ਦੀ ਵਰਣਮਾਲਾ ਦਾ ਵਰਗ ਨਹੀਂ ਹੈ? ਆਪਸ਼ਨ A ਕੱਕਾ ਵਰਗ, ਆਪਸ਼ਨ B ਟੈਂਕਾ ਵਰਗ, ਆਪਸ਼ਨ C ਧੱਦਾ ਵਰਗ, ਆਪਸ਼ਨ D ਕੋਈ ਨਹੀਂ। ਤਾਂ ਆਪਸ਼ਨ C ਬਿਲਕੁਲ ਰਾਈਟ ਹੈ ਜੀ, ਧੱਦਾ ਵਰਗ। ਉਸ ਤੋਂ ਅੱਗੇ ਦੇਖੋ ਸਾਥੀਓ, ਪ੍ਰਸ਼ਨ ਨੰਬਰ 9 ਹੈ ਸਾਡੇ ਕੋਲ, ਗੁਰਮੁਖੀ ਲਿਪੀ ਵਿੱਚ ਡੈਸ਼ ਵਰਨ ਹਨ? ਆਪਸ਼ਨ A 33, ਆਪਸ਼ਨ B 34, ਆਪਸ਼ਨ C 35, ਆਪਸ਼ਨ D 37। ਤਾਂ ਆਪਸ਼ਨਸ ਦੇ ਅਕੋਰਡਿੰਗ ਹੈ ਜਿਹੜਾ ਉਹ ਆਪਸ਼ਨ C 35 ਬਿਲਕੁਲ ਰਾਈਟ ਆਨਸਰ ਹੈ ਜੀ। ਕਿਉਂਕਿ ਸਾਡੇ ਕੋਲ ਜਿਹੜੀ ਨਵੀਂ ਵਰਨਮਾਲਾ ਉਹਦੇ ਵਿੱਚ 41 ਅੱਖਰ ਨੇ, 41 ਵਰਨ ਨੇ, 6 ਅਸੀਂ ਅਰਬੀ ਫਾਰਸੀ ਦੇ ਜਿਹੜੇ ਆ ਐਡ ਕਰ ਲਏ ਸੀ। ਤਾਂ ਜੇ 41 ਆਪਸ਼ਨ ਹੈ ਤਾਂ ਉਹ ਟਿਕ ਕਰਨੀ ਹੈ, ਨਹੀਂ ਤਾਂ 35। ਊੜੇ ਨੂੰ ਲਗਾਂ ਲੱਗਦੀਆਂ ਹਨ? ਆਪਸ਼ਨ A 2, ਆਪਸ਼ਨ B 3, ਆਪਸ਼ਨ C 4, ਆਪਸ਼ਨ D 5। ਤਾਂ ਆਪਸ਼ਨ B ਬਿਲਕੁਲ ਰਾਈਟ ਹੈ ਜੀ, ਊੜੇ ਨੂੰ 3 ਲਗਾਂ ਲੱਗਦੀਆਂ ਨੇ। ਊੜੇ ਨੂੰ ਕਿੰਨੀਆਂ ਲਗਾਂ ਲੱਗਦੀਆਂ ਨੇ? 3। ਤਾਂ ਤੁਸੀਂ ਇੱਕ ਫਾਰਮੂਲਾ ਯਾਦ ਰੱਖਣਾ ਹੈ, ਊੜਾ, ਐੜਾ ਔਰ ਈੜੀ 343। ਇਹ ਮੈਂ ਤੁਹਾਨੂੰ ਥਿਊਰੀ ਪਾਰਟ 'ਚ ਵੀ ਕਰਵਾਇਆ ਸੀ। ਤਾਂ ਊੜੇ ਨੂੰ 3 ਲਗਾਂ ਲੱਗਦੀਆਂ ਨੇ, ਐੜੇ ਨੂੰ 4 ਲਗਾਂ ਲੱਗਦੀਆਂ ਨੇ ਅਤੇ ਈੜੀ ਨੂੰ 3 ਲਗਾਂ ਲੱਗਦੀਆਂ ਨੇ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ, ਊੜਾ ਐੜਾ ਈੜੀ 343। ਤਾਂ ਆਈ ਥਿੰਕ ਤੁਸੀਂ ਨਹੀਂ ਭੁੱਲੋਗੇ। ਤਾਂ ਇਸ ਦੇ ਵਿੱਚ ਆਪਾਂ ਕਈ ਨਵੇਂ ਕੁਐਸਚਨ ਵੀ ਲੈ ਕੇ ਆਏ ਹਾਂ, ਤਾਂ ਕਿ ਤੁਹਾਡੀ ਜਿਹੜੀ ਦਿਲਚਸਪੀ ਹੈ ਉਹ ਬਣੀ ਰਹੇ ਸੈਸ਼ਨ ਦੇ ਵਿੱਚ। ਤਾਂ ਕੁਝ ਨਵੇਂ ਕੁਐਸਚਨ ਵੀ ਆਪਾਂ ਡਿਸਕਸ ਕਰਾਂਗੇ। ਤਾਂ ਹਾਂਜੀ, ਅਗਲਾ ਆਪਣਾ ਪ੍ਰਸ਼ਨ ਹੈ ਜਿਹੜਾ, ਐੜੇ ਨੂੰ ਲਗਾਂ ਲੱਗਦੀਆਂ ਨੇ? ਆਪਸ਼ਨ A 3, ਆਪਸ਼ਨ B 4, ਆਪਸ਼ਨ C 2, ਆਪਸ਼ਨ D 5। ਤਾਂ ਆਪਸ਼ਨ B ਬਿਲਕੁਲ ਰਾਈਟ ਆਨਸਰ ਹੈ ਜੀ, ਐੜੇ ਨੂੰ 4 ਲਗਾਂ ਲੱਗਦੀਆਂ ਨੇ। ਤਾਂ ਆਪਣਾ ਅਗਲਾ ਕੁਐਸਚਨ ਹੈ ਜਿਹੜਾ ਤੁਹਾਡੇ ਸਾਹਮਣੇ, ਈੜੀ ਨੂੰ ਡੈਸ਼ ਲਗਾਂ ਲੱਗਦੀਆਂ ਨੇ? ਈੜੀ ਨੂੰ ਕਿੰਨੀਆਂ ਲਗਾਂ ਲੱਗਦੀਆਂ ਨੇ? ਆਪਸ਼ਨ A 1, ਆਪਸ਼ਨ B 2, ਆਪਸ਼ਨ C 3, ਆਪਸ਼ਨ D 4। ਤਾਂ ਆਪਸ਼ਨ C ਬਿਲਕੁਲ ਰਾਈਟ ਆਨਸਰ ਹੈ ਜੀ, 3 ਲਗਾਂ ਲੱਗਦੀਆਂ ਨੇ। ਉਸ ਤੋਂ ਅੱਗੇ ਆਪਾਂ ਦੋਸਤੋ ਅਗਲਾ ਕੁਐਸਚਨ ਕਰਦੇ ਹਾਂ, ਪੰਜਾਬੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ? ਆਪਸ਼ਨ A 2, ਆਪਸ਼ਨ B 5, ਆਪਸ਼ਨ C 8, ਇੱਥੇ 8 ਆਊਗਾ ਜੀ, ਆਪਸ਼ਨ D 10। ਤਾਂ ਆਪਸ਼ਨ D 10 ਬਿਲਕੁਲ ਰਾਈਟ ਆਨਸਰ ਹੈ ਜੀ। ਪੰਜਾਬੀ ਵਿੱਚ 10 ਜਿਹੜੀਆਂ ਲਗਾਂ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਸਵਰਾਂ ਦੀ ਗਿਣਤੀ ਕਿੰਨੀ ਹੈ ਜੀ? ਆਪਸ਼ਨ A 2, ਆਪਸ਼ਨ B 3, ਆਪਸ਼ਨ C 4, ਆਪਸ਼ਨ D 5। ਤਾਂ ਆਪਸ਼ਨ B 3 ਸਵਰ ਨੇ ਸਾਡੇ ਕੋਲ, ਊੜਾ, ਐੜਾ ਤੇ ਈੜੀ। ਇਹ 3 ਸਾਡੇ ਸਵਰ ਨੇ ਜੀ। ਪੰਜਾਬੀ ਵਿੱਚ ਵਿਅੰਜਨ ਹਨ? ਹੁਣ ਵਿਅੰਜਨਾਂ ਦੀ ਗਿਣਤੀ ਆਪਾਂ ਦੱਸਣੀ ਹੈ ਕਿ ਪੰਜਾਬੀ ਵਿੱਚ ਵਿਅੰਜਨ ਕਿੰਨੇ ਨੇ। ਆਪਸ਼ਨ A 35, ਆਪਸ਼ਨ B 30, ਆਪਸ਼ਨ C 32, ਆਪਸ਼ਨ D 10। ਤਾਂ ਵਿਅੰਜਨ ਹੈ ਜਿਹੜੇ ਉਹ ਆਪਣੇ ਕੋਲ 32 ਨੇ ਜੀ। ਆਪਸ਼ਨ C ਬਿਲਕੁਲ ਰਾਈਟ ਆਨਸਰ ਹੈ। ਜਿਹੜੀ ਸਾਡੀ ਪਹਿਲੀ ਪੰਜਾਬੀ ਹੈ ਉਹਦੇ ਵਿੱਚੋਂ 35 - 3 ਜਿਹੜੇ ਸਵਰ ਨਿਕਲ ਜਾਂਦੇ ਆ, ਤਾਂ 32 ਸਾਡੇ ਕੋਲ ਹੈਗੇ ਆ। ਔਰ ਜੇ ਵਰਤਮਾਨ ਵਰਨਮਾਲਾ ਦੇ ਅਕੋਰਡਿੰਗ 41 - 3 38 ਹੈ, ਤਾਂ ਇੱਥੇ ਆਪਣੇ ਕੋਲ 38 ਆਪਸ਼ਨ ਹੈ ਜਿਹੜੀ ਉਹ ਨਹੀਂ ਹੈਗੀ। ਤਾਂ ਇਹਦਾ ਮਤਲਬ ਆਪਣੀ 32 ਆਪਸ਼ਨ ਜਿਹੜੀ ਉਹ ਸਹੀ ਹੈ ਜੀ। ਧੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਜੀ? ਧੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਆਪਸ਼ਨ A 2, ਆਪਸ਼ਨ B 3, ਆਪਸ਼ਨ C 4, ਆਪਸ਼ਨ D 5। ਤਾਂ ਧੁਨੀਆਂ ਜਿਹੜੀਆਂ 2 ਪ੍ਰਕਾਰ ਦੀਆਂ ਹੁੰਦੀਆਂ ਨੇ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਇਹ 2 ਪ੍ਰਕਾਰ ਦੀਆਂ ਧੁਨੀਆਂ ਸਾਡੇ ਕੋਲ ਵਿਰਾਜਮਾਨ ਨੇ। ਉਸ ਤੋਂ ਅੱਗੇ ਜੀ, ਨਾਸਕੀ ਧੁਨੀਆਂ ਕਿਹੜੀਆਂ ਹਨ? ਆਪਸ਼ਨ A ਜਿਨ੍ਹਾਂ ਦਾ ਉਚਾਰਨ ਨੱਕ ਦੁਆਰਾ ਹੋਵੇ, ਆਪਸ਼ਨ B ਜਿਨ੍ਹਾਂ ਦੇ ਉਚਾਰਨ ਨਾਲ ਜੀਭ ਤਾਲੂ ਨਾਲ ਲੱਗੇ, ਆਪਸ਼ਨ C ਜਿਨ੍ਹਾਂ ਦੇ ਉਚਾਰਨ ਨਾਲ ਜੀਭ ਦੰਦਾਂ ਨੂੰ ਲੱਗੇ, ਆਪਸ਼ਨ D ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਪਸ਼ਨ A ਬਿਲਕੁਲ ਰਾਈਟ ਆਨਸਰ ਹੈ ਜੀ, ਜਿਨ੍ਹਾਂ ਦਾ ਉਚਾਰਨ ਨੱਕ ਦੁਆਰਾ ਹੋਵੇ। ਉਸ ਤੋਂ ਪ੍ਰਸ਼ਨ ਨੰਬਰ 8 ਹੈ ਜੀ ਸਾਡੇ ਕੋਲ, ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਤਾਂ ਵਿਅੰਜਨ ਦੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਨੇ? ਸਵਰ ਤਿੰਨਾਂ ਨਾਲ ਆਪਾਂ ਦੇਖ ਲਿਆ ਕਿੰਨੀਆਂ ਲਗਾਂ ਲੱਗਦੀਆਂ ਨੇ ਪਹਿਲਾਂ। ਤਾਂ ਹੁਣ ਅਸੀਂ ਵਿਅੰਜਨ ਨਾਲ ਦੇਖਣਾ ਹੈ। ਆਪਸ਼ਨ A 8, ਆਪਸ਼ਨ B 5, ਆਪਸ਼ਨ C 3,
ਆਪਸ਼ਨ ਡੀ 10। ਤਾਂ ਆਪਸ਼ਨ ਡੀ 10 ਬਿਲਕੁਲ ਰਾਈਟ ਆਨਸਰ ਹੈ ਜੀ। ਸਾਰੇ ਵਿਅੰਜਨਾਂ ਨਾਲ ਸਾਰੀਆਂ ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਧਕ ਦੀ ਵਰਤੋਂ ਕਦੋਂ ਹੁੰਦੀ ਹੈ? 19 ਨੰਬਰ ਕੁਐਸਚਨ ਹੈ ਜੀ ਸਾਡਾ। ਇਹ ਆਪਸ਼ਨ ਹੈ ਜੀ ਜਦੋਂ ਆਵਾਜ਼ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ। ਬੀ ਆਪਸ਼ਨ ਹੈ ਜੀ ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ। ਆਪਸ਼ਨ ਸੀ ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ। ਤੇ ਆਪਸ਼ਨ ਡੀ ਹੈ ਸਾਡੇ ਕੋਲ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੀ ਆਪਸ਼ਨ ਬਿਲਕੁਲ ਰਾਈਟ ਹੈ ਜੀ। ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ ਉਦੋਂ ਸਾਡੇ ਕੋਲ ਕੀ ਹੁੰਦਾ ਹੈ? ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਮੁਕਤਾ ਲਗ ਤੋਂ ਕੀ ਭਾਵ ਹੈ? ਮੁਕਤਾ ਲਗ ਤੋਂ ਕੀ ਭਾਵ ਹੈ? ਇਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਆਪਸ਼ਨ ਏ ਹੈ ਸਾਡੇ ਕੋਲ। ਆਪਸ਼ਨ ਬੀ ਹੈ ਸਾਡੇ ਕੋਲ ਇਸ ਦੇ ਦੋ ਚਿੰਨ੍ਹ ਹੁੰਦੇ ਨੇ। ਆਪਸ਼ਨ ਸੀ ਹੈ ਜੀ ਸਾਡੇ ਕੋਲ ਇਸ ਦੇ ਅਨੇਕ ਚਿੰਨ੍ਹ ਹੁੰਦੇ ਨੇ। ਤੇ ਆਪਸ਼ਨ ਡੀ ਹੈ ਜੀ ਸਾਡੇ ਕੋਲ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਪਸ਼ਨ ਏ ਸਾਡੇ ਕੋਲ ਬਿਲਕੁਲ ਰਾਈਟ ਆਨਸਰ ਹੈ ਜੀ। ਇਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ ਆਪਣਾ, ਇਹਨਾਂ ਵਿੱਚੋਂ ਕਿਹੜੀ ਲਗ ਟਿੱਪੀ ਨਹੀਂ ਲੱਗਦੀ? ਇਹਨਾਂ ਵਿੱਚੋਂ ਕਿਹੜੀ ਲਗ ਨਾਲ ਟਿੱਪੀ ਨਹੀਂ ਲੱਗਦੀ? ਆਪਸ਼ਨ ਏ ਕੰਨਾ, ਆਪਸ਼ਨ ਸੀ ਮੁਕਤਾ, ਆਪਸ਼ਨ ਸੀ ਸਿਹਾਰੀ, ਆਪਸ਼ਨ ਡੀ ਦੁਲੈਂਕੜ। ਤਾਂ ਆਪਸ਼ਨ ਏ ਕੰਨਾਂ ਦੇ ਨਾਲ ਜਿਹੜੀ ਟਿੱਪੀ ਦੀ ਵਰਤੋਂ ਨਹੀਂ ਹੁੰਦੀ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ ਸਾਡਾ, ਇਹਨਾਂ ਵਿੱਚੋਂ ਕਿਹੜੀ ਲਗ ਨਾਲ ਬਿੰਦੀ ਨਹੀਂ ਲੱਗਦੀ? ਆਪਸ਼ਨ ਏ ਬਿਹਾਰੀ, ਆਪਸ਼ਨ ਸੀ ਸਿਹਾਰੀ, ਆਪਸ਼ਨ ਡੀ ਮੁਕਤਾ, ਸੀ ਮੁਕਤਾ ਤੇ ਆਪਸ਼ਨ ਡੀ ਲਾਂ। ਤਾਂ ਇਹਦੇ ਵਿੱਚੋਂ ਜਿਹੜਾ ਆਪਸ਼ਨ ਬੀ ਬਿਲਕੁਲ ਰਾਈਟ ਹੈ ਜੀ। ਸਿਹਾਰੀ ਦੇ ਨਾਲ ਅਸੀਂ ਬਿੰਦੀ ਦੀ ਵਰਤੋਂ ਨਹੀਂ ਕਰਦੇ। ਤਾਂ ਇਹ ਆਪਾਂ ਜਿਹੜਾ ਥਿਊਰੀ ਪਾਰਟ ਹੈ ਉਹਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਕਿ ਆਪਾਂ ਬਿੰਦੀ ਕਿਹੜੀਆਂ ਲਗਾਂ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਔਰ ਟਿੱਪੀ ਹੈ ਜਿਹੜੀ ਆਪਾਂ ਕਿਹੜੀਆਂ ਲਗਾਂ ਦੇ ਨਾਲ ਯੂਜ਼ ਕਰਦੇ ਹਾਂ। ਜਿਹੜੇ ਸਾਥੀਆਂ ਨੇ ਆਪਣੇ ਥਿਊਰੀ ਪਾਰਟ ਨਹੀਂ ਲਗਾਏ ਧੁਨੀ ਬੋਧ ਦੇ, ਕਿਰਪਾ ਕਰਕੇ ਉਹ ਧੁਨੀ ਬੋਧ ਦੇ ਥਿਊਰੀ ਪਾਰਟ ਜ਼ਰੂਰ ਲਗਾਓ ਤਾਂ ਕਿ ਤੁਹਾਨੂੰ ਜਿਹੜੀ ਨੌਲੇਜ ਹੈ ਉਹ ਡੀਪਲੀ ਹੋਵੇ। ਤਾਂ ਜਿਹੜੇ ਧੁਨੀ ਬੋਧ ਦੀਆਂ ਆਪਣੀਆਂ ਵੀਡੀਓਜ਼ ਨੇ ਉਹ ਉਹਨਾਂ ਦੇ ਲਿੰਕ ਹੈ ਜਿਹੜੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਤਾਂ ਤੁਸੀਂ ਇੱਕ ਵਾਰੀ MCQ ਲਗਾਉਣ ਤੋਂ ਪਹਿਲਾਂ ਧੁਨੀ ਬੋਧ ਦਾ ਜਿਹੜਾ ਪਾਰਟ ਹੈ ਉਹ ਜ਼ਰੂਰ ਲਗਾਓ। ਤਾਂ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 23, ਜੁੜਵੇਂ ਅੱਖਰਾਂ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਆਪਸ਼ਨ ਏ ਦੁੱਤ ਅੱਖਰ, ਆਪਸ਼ਨ ਬੀ ਸੰਯੁਕਤ ਅੱਖਰ, ਆਪਸ਼ਨ ਸੀ ਦੁੱਤ ਅੱਖਰ ਜਾਂ ਸੰਯੁਕਤ ਅੱਖਰ ਦੋਵੇਂ ਹੀ, ਆਪਸ਼ਨ ਡੀ ਕੋਈ ਨਹੀਂ। ਤਾਂ ਇਹਨਾਂ ਨੂੰ ਦੋਨਾਂ ਨਾਮ ਨਾਲ ਜਾਣਿਆ ਜਾਂਦਾ ਹੈ, ਦੁੱਤ ਅੱਖਰ ਜਾਂ ਸੰਯੁਕਤ ਅੱਖਰ। ਆਪਸ਼ਨ ਸੀ ਸਾਡੇ ਰਾਈਟ ਹੈ ਜੀ। ਪੰਜਾਬੀ ਵਿੱਚ ਛੋਟੇ ਚਿੰਨ੍ਹਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਤਾਂ ਛੋਟੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਜੀ? ਮਾਤਰਾ, ਲਗ, ਇਹ ਸਵਰ ਲਿਖਣਾ ਸੀ ਇਹਨਾਂ ਨੇ, ਵਿਅੰਜਨ। ਤਾਂ ਆਪਸ਼ਨ ਬੀ ਬਿਲਕੁਲ ਰਾਈਟ ਹੈ ਜੀ, ਲਗਾ ਕਿਹਾ ਜਾਂਦਾ ਹੈ। ਊੜੇ, ਐੜਾ, ਈੜੀ ਇਹ ਤਿੰਨੇ ਕੀ ਨੇ? ਆਪਾਂ ਹੁਣੇ ਹੀ ਡਿਸਕਸ ਕਰ ਚੁੱਕੇ ਹਾਂ ਕਿ ਇਹ ਕੀ ਨੇ? ਤਿੰਨੇ ਸਵਰ ਨੇ ਜੀ। ਇਹ ਤਿੰਨੇ ਊੜਾ, ਐੜਾ, ਈੜੀ ਇਹ ਤਿੰਨ ਸਾਡੇ ਕੀ ਨੇ? ਸਵਰ ਨੇ। ਸਵਰ ਹੈ ਜਿਹੜੇ ਉਹਨਾਂ ਦੀ ਗਿਣਤੀ 3 ਹੈ ਤੇ ਜਿਹੜੀਆਂ ਸਵਰ ਧੁਨੀਆਂ ਨੇ ਉਹਨਾਂ ਦੀ ਗਿਣਤੀ 10 ਹੈ ਸਾਡੇ ਕੋਲ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਉੱਥੇ ਤੁਹਾਡੇ ਤੋਂ ਜੇ ਸਵਰ ਪੁੱਛੇ ਜਾਂਦੇ ਆ ਤਾਂ ਉਹਨਾਂ ਦੀ ਗਿਣਤੀ ਤੁਸੀਂ 3 ਲਿਖੋਗੇ, ਬਟ ਜੇ ਸਵਰ ਧੁਨੀਆਂ ਪੁੱਛੀਆਂ ਜਾਂਦੀਆਂ ਨੇ ਤਾਂ ਉਹਨਾਂ ਦੀ ਗਿਣਤੀ ਜਿਹੜੀ ਹੈ ਤੁਸੀਂ ਉਹ 10 ਲਿਖੋਗੇ। ਥਿਊਰੀ ਪਾਰਟ ਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਕੀਤਾ ਹੋਇਆ। ਲਗ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਜਿਹੜੀਆਂ ਲਗਾਂ ਨੇ ਜੀ ਉਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ? ਆਪਸ਼ਨ ਏ 2, ਆਪਸ਼ਨ ਬੀ 3, ਆਪਸ਼ਨ ਸੀ 4, ਆਪਸ਼ਨ ਡੀ 5। ਤਾਂ ਜਿਹੜੀਆਂ ਲਗਾਂ ਨੇ ਜੀ ਉਹ 2 ਪ੍ਰਕਾਰ ਦੀਆਂ ਹੁੰਦੀਆਂ ਨੇ, ਲਘੂ ਤੇ ਦੀਰਘ। 2 ਪ੍ਰਕਾਰ ਦੀਆਂ ਸਾਡੀਆਂ ਕੋਲ ਲਗਾਂ ਨੇ। ਲਘੂ ਨੂੰ ਅਸੀਂ ਹਰਸਵ ਵੀ ਬੋਲ ਦਿੰਦੇ ਹਾਂ। ਅੱਗੇ ਲਗਾਂ ਲੱਗਣ ਵਾਲੇ ਛੋਟੇ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ? ਜਿਹੜੇ ਲਗਾਂ ਦੇ ਨਾਲ ਲੱਗਦੇ ਨੇ ਛੋਟੇ ਚਿੰਨ੍ਹ, ਤਾਂ ਜਿਹੜੇ ਲਗਾਂ ਦੇ ਨਾਲ ਛੋਟੇ ਚਿੰਨ੍ਹ ਲੱਗਦੇ ਆ ਜੀ ਉਹਨਾਂ ਨੂੰ ਅਸੀਂ ਬੋਲਦੇ ਹਾਂ ਲਗਾਖਰ। ਕੀ ਬੋਲਦੇ ਹਾਂ ਜੀ? ਲਗਾਖਰ। ਆਪਸ਼ਨ ਬੀ ਜਿਹੜੀ ਸਾਡੀ ਬਿਲਕੁਲ ਰਾਈਟ ਹੈ, ਲਗਾਖਰ। ਤਾਂ ਉਸ ਤੋਂ ਅਗਲਾ ਕੁਐਸਚਨ ਹੈ ਜੀ, ਧੁਨੀ ਵਾਲੀਆਂ ਲਗਾਂ ਦਾ ਦੂਸਰਾ ਨਾਂ ਕੀ ਹੈ? ਜਿਹੜੀਆਂ ਧੁਨੀ ਵਾਲੀਆਂ ਲਗਾਂ ਨੇ ਉਹਨਾਂ ਦਾ ਦੂਸਰਾ ਨਾਮ ਕੀ ਹੈ ਜੀ? ਦੀਰਘ ਲਗਾਂ, ਆਪਸ਼ਨ ਬੀ ਲਘੂ ਲਗਾਂ, ਆਪਸ਼ਨ ਸੀ ਹਰਸਵ ਤੇ ਆਪਸ਼ਨ ਡੀ ਕੋਈ ਨਹੀਂ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਦੀਰਘ ਲਗਾਂ, ਆਪਸ਼ਨ ਏ। ਲਘੂ ਤੇ ਹਰਸਵ ਤਾਂ ਇੱਕੋ ਹੀ ਹੁੰਦੀਆਂ ਨੇ ਜੀ। ਤਾਂ ਉਸ ਤੋਂ ਅੱਗੇ ਪ੍ਰਸ਼ਨ ਨੰਬਰ 29 ਦੇਖੋ ਜੀ ਆਪਣੀ ਸਕਰੀਨ ਦੇ ਉੱਪਰ। ਤਾਂ ਤੁਸੀਂ ਪੰਜਾਬੀ ਦੇ ਸ਼ੁੱਧ ਸ਼ਬਦ ਜੋੜ ਲਿਖਣ ਸਮੇਂ ਸ਼ਬਦਾਂ ਵਿੱਚੋਂ ਕਿਹੜੇ ਵਰਨ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ? ਆਪਸ਼ਨ ਏ ਐੜਾ, ਆਪਸ਼ਨ ਬੀ ਈੜੀ, ਆਪਸ਼ਨ ਸੀ ਸੱਸਾ, ਆਪਸ਼ਨ ਡੀ ਹਾਹਾ। ਤਾਂ ਜੇ ਸਾਨੂੰ ਉਲਝਣ ਹੁੰਦੀ ਤਾਂ ਆਪਸ਼ਨ ਡੀ ਹਾਹੇ ਦੇ ਵਿੱਚ ਹੁੰਦੀ ਹੈ, ਬਾਕੀ ਤਾਂ ਸਾਨੂੰ ਕਲੀਅਰ ਹੁੰਦਾ। ਤਾਂ ਆਪਸ਼ਨ ਡੀ ਹਾਹਾ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜੀ। 30ਵਾਂ ਕੁਐਸਚਨ ਹੈ ਜੀ, ਸ਼ਬਦਾਂ ਨੂੰ ਲਿਖਣ ਤੋਂ ਪਹਿਲਾਂ ਕਿਹੜੇ ਧਾਤੂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ? ਆਪਸ਼ਨ ਏ ਮੂਲ ਧਾਤੂ, ਆਪਸ਼ਨ ਬੀ ਗੌਣ ਧਾਤੂ, ਆਪਸ਼ਨ ਸੀ ਦੋਵੇਂ, ਆਪਸ਼ਨ ਡੀ ਕੋਈ ਨਹੀਂ। ਤਾਂ ਆਪਸ਼ਨ ਏ ਬਿਲਕੁਲ ਰਾਈਟ ਹੈ ਜੀ। ਮੂਲ ਧਾਤੂ ਬਾਰੇ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਉਸ ਤੋਂ ਅੱਗੇ ਜੀ, ਪੰਜਾਬੀ ਵਿੱਚ ਸਧਾਰਨ ਕਿਰਿਆ ਦੇ ਅੰਤ ਵਿੱਚ ਡੈਸ਼ ਅੱਖਰ ਵਰਤਿਆ ਜਾਂਦਾ ਹੈ? ਪੰਜਾਬੀ ਵਿੱਚ ਸਧਾਰਨ ਕਿਰਿਆ ਦੇ ਅੰਤ ਵਿੱਚ ਡੈਸ਼ ਅੱਖਰ ਵਰਤਿਆ ਜਾਂਦਾ ਹੈ? ਆਪਸ਼ਨ ਏ ਸੱਸਾ, ਆਪਸ਼ਨ ਬੀ ਨਾਣਾ, ਆਪਸ਼ਨ ਸੀ ngੰਗਾ, ਆਪਸ਼ਨ ਸੀ ññਾ। ਤਾਂ ਇਹਦਾ ਰਾਈਟ ਆਨਸਰ ਹੈ ਜੀ ਨਾਣਾ। ਤੇ ਇਹਦਾ ਸਹੀ ਉੱਤਰ ਹੈ ਜੀ ਨਾਣਾ।
ਪੰਜਾਬੀ ਵਿੱਚ ਸਗੋਸ਼ ਮਹਾਪ੍ਰਾਣ ਕਿਹੜੇ ਕਿਹੜੇ ਹਨ? ਸਗੋਸ਼ ਮਹਾਪ੍ਰਾਣ ਦੱਸਣੇ ਜੀ ਆਪਾਂ। ਆਪਸ਼ਨ ਏ ਊੜਾ ਐੜਾ ਈੜੀ ਸੱਸਾ, ਆਪਸ਼ਨ ਬੀ ਯਈਆ ਰਾਰਾ ਲੱਲਾ ਵਾਵਾ, ਆਪਸ਼ਨ ਸੀ ਘੱਗਾ ਝੱਜਾ ਢੱਡਾ ਧੱਦਾ ਭੱਬਾ, ਆਪਸ਼ਨ ਡੀ ਢੱਡਾ ਧੱਦਾ ਭੱਬਾ ਮੰਮਾ। ਤਾਂ ਆਪਸ਼ਨ ਜਿਹੜੀ ਸੀ ਹੈ ਸਾਡੇ ਕੋਲ, ਆਪਸ਼ਨ ਜਿਹੜੀ ਸੀ ਹੈ ਉਹ ਸਾਡੇ ਕੋਲ ਬਿਲਕੁਲ ਰਾਈਟ ਆਨਸਰ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 33, ਊੜਾ ਨਾਲ ਕਿਹੜੀ ਮਾਤਰਾ ਲੱਗਦੀ ਹੈ? ਊੜੇ ਨਾਲ ਕਿਹੜੀ ਮਾਤਰਾ ਲੱਗਦੀ ਹੈ? ਬਿੰਦੀ, ਟਿੱਪੀ, ਕਨੌੜਾ ਜਾਂ ਆਪਸ਼ਨ ਡੀ ਹੈ ਜਿਹੜੀ। ਤਾਂ ਆਪਸ਼ਨ ਏ ਬਿਲਕੁਲ ਰਾਈਟ ਆਨਸਰ ਹੈ ਜੀ। ਇਹਦੇ ਨਾਲ ਕੀ ਲੱਗਦੀ ਹੈ? ਬਿੰਦੀ। ਤਾਂ ਉਸ ਤੋਂ ਅੱਗੇ ਦੇਖੋ ਜੀ ਅਗਲਾ ਕੁਐਸਚਨ ਸਾਡਾ ਪ੍ਰਸ਼ਨ ਨੰਬਰ 34, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਡੈਸ਼ ਹੁੰਦੀ ਹੈ? ਤਾਂ ਆਪਸ਼ਨ ਏ ਸਵਰ, ਆਪਸ਼ਨ ਬੀ ਵਿਅੰਜਨ, ਆਪਸ਼ਨ ਸੀ ਧੁਨੀ, ਤਾਂ ਆਪਸ਼ਨ ਡੀ ਮਾਤਰਾ। ਤਾਂ ਇਹ ਆਪਾਂ ਥਿਊਰੀ ਪਾਰਟ 'ਚ ਵੀ ਡਿਸਕਸ ਕੀਤਾ ਸੀ। ਆਪਸ਼ਨ ਸੀ ਹੈ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜੀ। ਸਭ ਤੋਂ ਛੋਟੀ ਇਕਾਈ ਹੈ ਜਿਹੜੀ ਉਹ ਧੁਨੀ ਹੁੰਦੀ ਹੈ ਤੇ ਸਭ ਤੋਂ ਛੋਟੀ ਸੁਤੰਤਰ ਇਕਾਈ ਹੈ ਜਿਹੜੀ ਉਹ ਸ਼ਬਦ ਹੁੰਦੀ ਹੈ। ਅੱਗੇ ਜੀ ਪ੍ਰਸ਼ਨ ਨੰਬਰ 35, ਅਖੰਡੀ ਧੁਨੀ ਵਿਉਂਤ ਵਿੱਚ ਕੀ ਆਉਂਦਾ ਹੈ? ਤਾਂ ਅਖੰਡੀ ਧੁਨੀ ਵਿਉਂਤ ਵਿੱਚ ਕੀ ਆਉਂਦਾ ਹੈ? ਇਹ ਵੀ ਆਪਾਂ ਥਿਊਰੀ ਪਾਰਟ ਦੇ ਵਿੱਚ ਕਰ ਚੁੱਕੇ ਹਾਂ। ਆਪਸ਼ਨ ਏ ਸਵਰ ਅਤੇ ਵਿਅੰਜਨ, ਆਪਸ਼ਨ ਬੀ ਵਾਕ ਅਤੇ ਸੁਰ, ਆਪਸ਼ਨ ਸੀ ਪਿੱਚ ਅਤੇ ਨਾਸਿਕਤਾ, ਆਪਸ਼ਨ ਡੀ ਪਿੱਚ ਸੁਰ ਵਾਕ ਦਬਾਅ ਤੇ ਨਾਸਿਕਤਾ। ਤਾਂ ਆਪਸ਼ਨ ਡੀ ਬਿਲਕੁਲ ਰਾਈਟ ਆਨਸਰ ਹੈ ਜੀ, ਪਿੱਚ ਸੁਰ ਵਾਕ ਦਬਾਅ ਅਤੇ ਨਾਸਿਕਤਾ। ਤਾਂ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਸਾਡਾ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸਾਹ ਕੱਢਣ ਸਮੇਂ ਕੋਈ ਰੋਕ ਨਾ ਹੋਵੇ ਉਹਨਾਂ ਨੂੰ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਜੀ? ਆਪਸ਼ਨ ਦੇਖੋ, ਆਪਸ਼ਨ ਏ ਵਿਅੰਜਨ, ਆਪਸ਼ਨ ਬੀ ਸਵਰ, ਆਪਸ਼ਨ ਸੀ ਅਲਪ ਪ੍ਰਾਣ, ਆਪਸ਼ਨ ਡੀ ਮਹਾਪ੍ਰਾਣ। ਤਾਂ ਇਹਦਾ ਬਿਲਕੁਲ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਸਵਰ। ਤਾਂ ਇਸ ਤੋਂ ਅਗਲਾ ਪ੍ਰਸ਼ਨ ਹੈ ਜੀ ਸਾਡਾ, ਧੁਨੀ ਵਿਉਂਤ ਵਿੱਚ ਕਿਸੇ ਧੁਨੀ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਤੇ ਇਹ ਆਪਾਂ ਹੁਣੇ MCQ ਦੇ ਵਿੱਚ ਡਿਸਕਸ ਕਰਕੇ ਹਟੇ ਹਾਂ ਕਿ ਆਪਸ਼ਨ ਬੀ ਇਹਦੀ ਰਾਈਟ ਹੈ। ਖੰਡੀ ਅਤੇ ਅਖੰਡੀ ਧੁਨੀ ਵਿਉਂਤ ਹੈ ਜਿਹੜੀ ਉਹ ਹੁੰਦੀ ਹੈ। ਧੁਨੀਆਂ ਸਾਡੇ ਕੋਲ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ, ਖੰਡੀ ਤੇ ਅਖੰਡੀ। ਤਾਂ ਖੰਡੀ ਧੁਨੀ ਵਿਉਂਤ ਵਿੱਚ ਕੀ ਆਉਂਦਾ ਹੈ? ਆਪਸ਼ਨ ਏ ਸਵਰ ਅਤੇ ਅਰਧ ਸਵਰ, ਆਪਸ਼ਨ ਬੀ ਵਾਕ ਅਤੇ ਸਵਰ, ਆਪਸ਼ਨ ਸੀ ਸਵਰ ਅਤੇ ਨਾਸਿਕਤਾ, ਆਪਸ਼ਨ ਡੀ ਸਵਰ ਵਿਅੰਜਨ ਅਤੇ ਅਰਧ ਸਵਰ। ਤਾਂ ਇਹਦੇ ਵਿੱਚ ਕੀ ਆਉਂਦੇ ਆ ਜੀ? ਸਵਰ ਵਿਅੰਜਨ ਅਤੇ ਅਰਧ ਸਵਰ। ਸਵਰ ਵੀ ਮੈਂ ਤੁਹਾਨੂੰ ਦੱਸਦੇ, ਵਿਅੰਜਨ ਵੀ ਮੈਂ ਤੁਹਾਨੂੰ ਦੱਸਿਆ, ਔਰ ਜਿਹੜੇ ਅਰਧ ਸਵਰ ਹੈ ਇਹ ਮੈਨੂੰ ਤੁਹਾਨੂੰ ਥਿਊਰੀ ਪਾਰਟ ਦੇ ਵਿੱਚ ਦੱਸੇ ਸੀਗੇ। ਤਾਂ ਜਿਹੜੇ ਸਾਥੀਆਂ ਨੂੰ ਪਤਾ ਹੈ ਅਰਧ ਸਵਰ ਕੀ ਹੈ ਉਹ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਮੈਸੇਜ ਕਰਨਗੇ ਕਿ ਅਰਧ ਸਵਰ ਹੈ ਜਿਹੜੇ ਉਹ ਕਿਹੜੇ ਹੁੰਦੇ ਨੇ। ਤਾਂ ਜੇ ਇੱਕ ਦੋ ਦਿਨਾਂ ਬਾਅਦ ਮੈਂ ਜਿਹੜੇ ਕਮੈਂਟ ਸੈਕਸ਼ਨ ਉਹਦੇ ਵਿੱਚ ਆਨਸਰ ਦੇ ਦੂੰਗਾ, ਔਰ ਤੁਸੀਂ ਪਹਿਲਾਂ ਮੈਨੂੰ ਦੱਸੋਗੇ ਕਿ ਅਰਧ ਸਵਰ ਹੈ ਜਿਹੜੇ ਉਹ ਦੋ ਅਰਧ ਸਵਰ ਆਪਣੇ ਤੇ ਉਹ ਕਿਹੜੇ ਨੇ, ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇਣਾ। ਤਾਂ ਉਸ ਤੋਂ ਅੱਗੇ ਦੇਖੋ ਜੀ, ਪੰਜਾਬੀ ਵਿੱਚ ਕੰਠੀ ਧੁਨੀਆਂ ਕਿਹੜੀਆਂ ਹਨ? ਤਾਂ ਕੰਠੀ ਧੁਨੀਆਂ ਕਿਹੜੀਆਂ ਨੇ? ਆਪਸ਼ਨ ਏ ਕੱਕਾ ਖੱਖਾ ਚੱਚਾ ਛੱਛਾ, ਆਪਸ਼ਨ ਬੀ ਗੱਗਾ ਘੱਗਾ ਜੱਜਾ ਝੱਜਾ, ਆਪਸ਼ਨ ਸੀ ਕੱਕਾ ਖੱਖਾ ਗੱਗਾ ਘੱਗਾ, ਆਪਸ਼ਨ ਡੀ ਕੱਕਾ ਖੱਖਾ ਗੱਗਾ ਜੱਜਾ। ਤਾਂ ਇਹਦਾ ਜਿਹੜਾ ਆਪਸ਼ਨ ਸੀ ਹੈ ਉਹ ਬਿਲਕੁਲ ਰਾਈਟ ਹੈ ਜੀ। ਕੰਠੀ ਧੁਨੀਆਂ ਦੇ ਵਿੱਚ ਸਾਡੇ ਕੋਲ ਕੱਕਾ ਖੱਖਾ ਗੱਗਾ ਤੇ ਘੱਗਾ। ਉਸ ਤੋਂ ਅੱਗੇ ਪ੍ਰਸ਼ਨ ਨੰਬਰ 40, ਪੰਜਾਬੀ ਦੀਆਂ ਤਾਲਵੀ ਧੁਨੀਆਂ ਕਿਹੜੀਆਂ ਹਨ? ਆਪਸ਼ਨ ਏ ਚੱਚਾ ਛੱਛਾ ਜੱਜਾ ਝੱਜਾ ਢੱਡਾ, ਆਪਸ਼ਨ ਬੀ ਜੱਜਾ ਝੱਜਾ ਡੱਡਾ ਨਾਣਾ, ਆਪਸ਼ਨ ਸੀ ਚੱਚਾ ਛੱਛਾ ਜੱਜਾ ਝੱਜਾ, ਆਪਸ਼ਨ ਡੀ ਚੱਚਾ ਜੱਜਾ ਗੱਗਾ ਖੱਖਾ। ਤਾਂ ਇਹਦਾ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਚੱਚਾ ਛੱਛਾ ਜੱਜਾ ਝੱਜਾ। ਤਾਂ ਤੁਸੀਂ ਬੋਲ ਕੇ ਦੇਖੋ ਤਾਂ ਤੁਹਾਡਾ ਜਿਹੜੀ ਜੀਭ ਹੈ ਉਹ ਤਾਲੂ ਨੂੰ ਛੂਹੇਗੀ, ਇਸ ਕਰਕੇ ਇਹਨਾਂ ਨੂੰ ਤਾਲਵੀ ਕਿਹਾ ਜਾਂਦਾ ਹੈ। ਤਾਂ ਉਸ ਤੋਂ ਅੱਗੇ 41 ਨੰਬਰ ਪ੍ਰਸ਼ਨ ਹੈ ਜੀ, ਪੰਜਾਬੀ ਦੀਆਂ ਇਸ ਗਲਤ ਟਾਈਪਿੰਗ ਮਿਸਟੇਕ ਹੈ ਜੀ, ਮੂਰਧਨੀ ਹੁੰਦੀ ਆ ਮੂਰਧਨੀ, ਮੰਮੇ ਔਂਕੜ। ਮੂਰਧਨੀ ਧੁਨੀਆਂ ਕਿਹੜੀਆਂ ਹਨ? ਆਪਸ਼ਨ ਏ ਟੈਂਕਾ ਠੱਠਾ ਡੱਡਾ ਢੱਡਾ, ਆਪਸ਼ਨ ਬੀ ਟੈਂਕਾ ਠੱਠਾ ਚੱਚਾ ਛੱਛਾ, ਆਪਸ਼ਨ ਸੀ ਡੱਡਾ ਢੱਡਾ ਗੱਗਾ ਘੱਗਾ, ਆਪਸ਼ਨ ਡੀ ਟੈਂਕਾ ਠੱਠਾ ਡੱਡਾ ਕੱਕਾ। ਤਾਂ ਆਪਸ਼ਨ ਏ ਬਿਲਕੁਲ ਰਾਈਟ ਆਨਸਰ ਹੈ ਜੀ, ਟੈਂਕਾ ਠੱਠਾ ਡੱਡਾ ਢੱਡਾ ਜਿਹੜਾ ਇਹ ਮੂਰਧਨੀ ਧੁਨੀਆਂ ਨੇ। ਤਾਂ ਉਸ ਤੋਂ ਅੱਗੇ ਦੇਖੋ, ਜਿਹੜਾ ਪੱਪਾ ਹੈ ਉਹਦਾ ਉਚਾਰਨ ਸਥਾਨ ਹੈ ਜਿਹੜਾ ਉਹ ਕਿਹੜਾ ਹੈ? ਇਹਨੂੰ ਕਿਹੜੇ ਉਚਾਰਨ ਸਥਾਨ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ ਨੂੰ ਕੀ ਬੋਲਦੇ ਹਾਂ? ਆਪਸ਼ਨ ਏ ਦੰਤੀ, ਆਪਸ਼ਨ ਬੀ ਮੂਰਧਨੀ, ਆਪਸ਼ਨ ਸੀ ਕੋਮਲ ਤਾਲਵੀ, ਆਪਸ਼ਨ ਡੀ ਦੋ ਹੋਠੀ। ਤਾਂ ਆਪਸ਼ਨ ਡੀ ਦੋ ਹੋਠੀ ਬਿਲਕੁਲ ਰਾਈਟ ਹੈ ਜੀ। ਜਦੋਂ ਆਪਾਂ ਪੱਪਾ ਬੋਲਦੇ ਹਾਂ ਤਾਂ ਆਪਣੇ ਦੋਨੇ ਬੁੱਲ ਜਿਹੜੇ ਆਪਸ ਵਿੱਚ ਜੁੜ ਜਾਂਦੇ ਆ, ਇਸ ਕਰਕੇ ਇਹਨੂੰ ਆਪਾਂ ਦੋ ਹੋਠੀ ਨਾਮ ਦਿੱਤਾ ਗਿਆ ਹੈ। ਤਾਂ ਉਸ ਤੋਂ ਬਾਅਦ ਅੱਗੇ ਦੇਖੋ ਜੀ, ਵਿਅੰਜਨ ਨੰਨਾ ਦਾ ਉਚਾਰਨ ਸਥਾਨ ਕਿਹੜਾ ਹੈ? ਤਾਂ ਇਹ ਤੁਸੀਂ ਬੋਲ ਕੇ ਦੇਖੋ ਕਿ ਵਿਅੰਜਨ ਨੰਨਾ ਹੈ ਜਿਹੜਾ ਉਹਦਾ ਉਚਾਰਨ ਸਥਾਨ ਕਿਹੜਾ ਹੈ? ਆਪਸ਼ਨ ਏ ਦੰਤੀ, ਆਪਸ਼ਨ ਬੀ ਕੋਠੀ, ਆਪਸ਼ਨ ਸੀ ਮੂਰਧਨੀ, ਆਪਸ਼ਨ ਡੀ ਕਠੋਰ ਤਾਲਵੀ। ਤਾਂ ਆਪਸ਼ਨ ਡੀ ਕਠੋਰ ਤਾਲਵੀ ਹੈ ਜੀ। ਕਠੋਰ ਤਾਲੂ ਜਿਹੜਾ ਸਾਡਾ ਜਦੋਂ ਅਸੀਂ ਨੰਨਾ ਬੋਲਦੇ ਹਾਂ ਤਾਂ ਉੱਥੇ ਸਾਡੀ ਜੀਭ ਹੈ ਜਿਹੜੀ ਉਹ ਛੂੰਹਦੀ ਹੈ। ਇਸ ਤੋਂ ਅਗਲਾ ਦੇਖੋ ਜੀ, ਵਿਅੰਜਨ ਠੱਠਾ ਦਾ ਉਚਾਰਨ ਸਥਾਨ ਕਿਹੜਾ ਹੈ? ਆਪਸ਼ਨ ਏ ਦੰਤੀ, ਆਪਸ਼ਨ ਬੀ ਮੂਰਧਨੀ, ਆਪਸ਼ਨ ਸੀ ਦੋ ਹੋਠੀ, ਆਪਸ਼ਨ ਡੀ ਕੋਮਲ ਤਾਲਵੀ। ਤਾਂ ਇਹ ਜਿਹੜਾ ਹੈਗਾ ਜੀ ਮੂਰਧਨੀ, ਆਪਸ਼ਨ ਬੀ ਬਿਲਕੁਲ ਰਾਈਟ ਆਨਸਰ ਹੈ ਜੀ। ਪੰਜਾਬੀ ਭਾਸ਼ਾ ਦਾ ਪਛਾਣ ਚਿੰਨ੍ਹ ਕਿਹੜਾ ਹੈ? ਆਪਸ਼ਨ ਏ ਸਵਰ, ਆਪਸ਼ਨ ਬੀ ਵਿਅੰਜਨ, ਆਪਸ਼ਨ ਸੀ ਸੁਰ, ਆਪਸ਼ਨ ਡੀ ਲਿਪੀ। ਤਾਂ ਆਪਸ਼ਨ ਸੀ ਬਿਲਕੁਲ ਰਾਈਟ ਹੈ ਜੀ, ਸੁਰ। ਸੁਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਸੁਰ ਹੈ ਜਿਹੜੀ ਉਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਆਪਸ਼ਨ ਏ, ਅਗਲਾ ਪ੍ਰਸ਼ਨ ਹੈ ਜੀ ਸਾਡਾ, ਆਪਸ਼ਨ ਏ 2, ਆਪਸ਼ਨ ਬੀ 3, ਆਪਸ਼ਨ ਸੀ 4, ਆਪਸ਼ਨ ਡੀ 5। ਤਾਂ ਆਪਸ਼ਨ ਬੀ ਜਿਹੜਾ ਹੈਗਾ ਜੀ 3 ਪ੍ਰਕਾਰ ਦੀ ਜਿਹੜੀ ਸਾਡੇ ਕੋਲ ਸੁਰ ਹੁੰਦੀ ਹੈ, ਉੱਚੀ ਸੁਰ, ਮੱਧਵਰਤੀ ਸੁਰ ਤੇ ਨੀਵੀਂ ਸੁਰ। ਇਹ 3 ਪ੍ਰਕਾਰ ਦੀ ਸੁਰ ਹੈ ਜਿਹੜੀ ਸਾਡੇ ਕੋਲ ਹੁੰਦੀ ਹੈ। ਅੱਗੇ ਪਾੜਾ ਸ਼ਬਦ ਵਿੱਚ ਮੱਧਵਰਤੀ ਸੁਰ ਡੈਸ਼ ਹੈ। ਪਾੜਾ ਕੁਐਸਚਨ ਰਹਿ ਗਿਆ ਜੀ ਆਪਣਾ ਪ੍ਰਸ਼ਨ ਨੰਬਰ 47, ਨੀਵੀਂ ਸੁਰ ਦੇ ਨਿਸ਼ਾਨ ਚਿੰਨ੍ਹ ਦੀ ਪਛਾਣ ਕਰੋ। ਤਾਂ
ਦੋ ਪੁੱਠੇ ਕੌਮੇ, ਇੱਕ ਪੁੱਠਾ ਕੌਮਾ, ਇੱਕ ਸਿੱਧਾ ਕੌਮਾ, ਦੋ ਪੁੱਠੇ ਕੌਮੇ। ਤਾਂ ਇਹਦਾ ਜਿਹੜਾ ਆਨਸਰ ਹੈ ਜੀ ਉਹ ਆਪਸ਼ਨ ਨੰਬਰ ਸੀ ਹੈ ਜੀ। ਤਾਂ ਇਸ ਤੋਂ ਅੱਗੇ ਪਾੜਾ ਸ਼ਬਦ ਵਿੱਚ ਮੱਧਵਰਤੀ ਸੁਰ ਡੈਸ਼ ਹੈ। ਪੱਪਾ ਐੜਾ ਰਾੜੇ ਕੰਨਾ, ਪੱਪਾ ਐੜੇ ਕੰਨਾ ਰਾੜੇ ਕੰਨਾ, ਪੱਪਾ ਐੜੇ ਪੱਪੇ ਕੰਨਾ ਐੜਾ ਰਾੜੇ ਕੰਨਾ, ਪੱਪਾ ਐੜੇ ਕੰਨਾ ਰਾੜਾ। ਤਾਂ ਇਹਦੇ ਵਿੱਚ ਜਿਹੜਾ ਸਹੀ ਹੈ ਉਹ ਆਪਣੇ ਕੋਲ ਬੀ ਆਪਸ਼ਨ ਹੈ ਜੀ। ਤਾਂ ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਸੁਰ ਕਿਹੜੀ ਨਹੀਂ ਹੈ। ਇਹ ਤਾਂ ਤੁਹਾਨੂੰ ਹੁਣੇ ਮੈਂ MCQ ਵਿੱਚ ਦੱਸ ਕੇ ਹਟਿਆ ਕਿ 3 ਸੁਰਾਂ ਹੁੰਦੀਆਂ ਨੇ ਆਪਣੇ ਕੋਲ, ਨੀਵੀਂ, ਮੱਧਵਰਤੀ ਤੇ ਉੱਚੀ ਸੁਰ ਹੁੰਦੀ ਹੈ, ਪਰ ਅਖੰਡ ਸੁਰ ਕੋਈ ਨਹੀਂ ਹੁੰਦੀ। ਇਹ ਆਪਸ਼ਨ ਡੀ ਬਿਲਕੁਲ ਰਾਈਟ ਆਨਸਰ ਹੈ ਜਿਹਦਾ। ਅੱਗੇ ਅੱਜ ਦਾ ਆਪਣਾ ਲਾਸਟ ਪ੍ਰਸ਼ਨ, ਜਿਹੜੀਆਂ ਧੁਨੀਆਂ ਨੂੰ ਸਵਰਾਂ ਅਤੇ ਵਿਅੰਜਨਾਂ ਵਾਂਗ ਵੱਖ-ਵੱਖ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਕਿਹੜੀਆਂ ਧੁਨੀਆਂ ਕਿਹਾ ਜਾਂਦਾ ਹੈ। ਆਪਸ਼ਨ ਏ ਖੰਡੀ ਧੁਨੀਆਂ, ਆਪਸ਼ਨ ਬੀ ਅਖੰਡੀ ਧੁਨੀਆਂ, ਆਪਸ਼ਨ ਸੀ ਨਾਸਿਕ ਧੁਨੀਆਂ, ਆਪਸ਼ਨ ਡੀ ਅਨਾਨਾਸਿਕ ਧੁਨੀਆਂ। ਤਾਂ ਆਪਸ਼ਨ ਬੀ ਬਿਲਕੁਲ ਰਾਈਟ ਆਨਸਰ ਹੈ ਜੀ, ਅਖੰਡੀ ਧੁਨੀਆਂ। ਤਾਂ ਆਈ ਥਿੰਕ ਇਹ ਸੈਸ਼ਨ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਇਆ ਹੋਊਗਾ। ਜੇ ਪਸੰਦ ਆਵੇ ਤਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ। ਤੇ ਅਗਲੀ ਵੀਡੀਓ ਲੈ ਕੇ ਆਪਾਂ ਜਲਦ ਤੁਹਾਡੇ ਤੱਕ ਹਾਜ਼ਰ ਹੋਵਾਂਗੇ। ਥੈਂਕ ਯੂ ਵੈਰੀ ਮਚ ਸਾਥੀਓ।